ਚਾਹੀਦੀ ਆ। ਜਿੱਦਾਂ ਉਦਾਹਰਨ ਦੇ ਤੌਰ ਤੇ ਬਿਹਾਰ ਦੇ ਵਿੱਚ ਜਿਹੜਾ ਮਹਾਗਠਜੋੜ ਆ, ਇਹਨਾਂ ਦੇ ਨਾਲ ਹੁੰਦਾ ਸੀ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ। ਤੁਹਾਨੂੰ ਚੇਤੇ ਹੋਣਾ ਕਿ ਉਹ ਇਲੈਕਸ਼ਨ ਤੋਂ ਐਨ ਪਹਿਲਾਂ ਇਹਨਾਂ ਨੂੰ ਛੱਡ ਗਿਆ ਸੀਗਾ ਜੀ, ਯਾਨੀ ਪੂਰੀ ਮਲਾਈ ਛੱਕ ਕੇ ਫਿਰ ਉੱਥੋਂ ਨਿਕਲ ਰਿਹਾ ਸੀਗਾ ਐਨਡੀਏ ਦੇ ਵਿੱਚੋਂ। ਤਾਂ ਉਹ ਹੁਣ ਚਲੇ ਗਿਆ ਇੱਧਰ ਲਾਲੂ ਪ੍ਰਸਾਦ ਯਾਦਵ ਹੋਰਾਂ ਦੇ ਧੜੇ 'ਚ। ਉਹਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਐਲਾਨੀਆਂ ਆਖਿਆ ਕਿ ਜੇ ਨਤੀਜਿਆਂ ਦੇ ਨਾਲ ਕੋਈ ਹੇਰ-ਫੇਰ ਹੋਇਆ ਤੇ ਫਿਰ ਸੜਕਾਂ ਤੇ ਲਹੂ ਵਗੂਗਾ। ਔਰ ਕਮਾਲ ਦੀ ਗੱਲ ਹੈ ਕਿ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਾਬਕਾ ਵਿਧਾਇਕ ਬੰਦੂਕ ਲੈ ਕੇ ਆ ਗਿਆ। ਉਹ ਰਫਲ ਚੱਕੀ ਫਿਰਦਾ ਸੀਗਾ, ਜਿਵੇਂ ਉਹ ਜੌਣੇ ਮੋੜ ਦੇ ਨਾਲ ਰਿਹਾ ਹੋਵੇ। ਤਾਂ ਉਹਨੂੰ ਹੁਣ ਪੁਲਿਸ ਲੱਭਦੀ ਫਿਰਦੀ ਆ। ਸੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ, ਹੁਣ ਦੇਖੋ ਇਹ ਉਹ ਬੰਦੇ ਆ ਜਿਹੜੇ ਲੋਕਤੰਤਰਿਕ ਢਾਂਚੇ ਦੇ ਵਿੱਚ ਇਲੈਕਸ਼ਨ ਲੜ ਰਹੇ ਆ। ਤੁਸੀਂ ਬਾਹਰ ਬੈਠੇ ਹੋ, ਤੁਸੀਂ ਆਜ਼ਾਦ ਹੋ, ਤੁਸੀਂ ਓਪੀਨੀਅਨ ਬਣਾ ਸਕਦੇ ਹੋ, ਇਸ ਡੈਮੋਕ੍ਰੇਸੀ ਨੂੰ ਰੱਦ ਕਰ ਸਕਦੇ ਹੋ, ਸੰਸਥਾਵਾਂ ਦੇ ਭਰੋਸੇ ਨੂੰ ਰੱਦ ਕਰ ਸਕਦੇ ਹੋ, ਵੱਖਰੀ ਗੱਲ ਹੈ। ਜਾਂ ਤੁਸੀਂ ਨਾਨ ਪੋਲੀਟੀਕਲੀ ਕੋਈ ਓਪੀਨੀਅਨ ਦੇ ਰਹੇ ਹੋ, ਤੁਸੀਂ ਰਾਜਸੀ ਤਾਣੇ ਬਾਣੇ ਚੋਂ, ਤੁਸੀਂ ਲੋਕਤਾਂਤਰਿਕ ਢਾਂਚੇ ਦਾ ਹਿੱਸਾ ਹੋ, ਤੁਸੀਂ ਇਲੈਕਸ਼ਨ ਲੜ ਰਹੇ ਹੋ, ਤੁਸੀਂ ਕੇਂਦਰੀ ਚੋਣ ਕਮਿਸ਼ਨ ਤੱਕ ਪਹੁੰਚੇ ਹੋ, ਸੁਪਰੀਮ ਕੋਰਟ ਤੱਕ ਪਹੁੰਚੇ ਹੋ, ਤਾਂ ਤੁਹਾਨੂੰ ਕਿਤੇ ਨਾ ਕਿਤੇ ਫਿਰ ਯਕੀਨ ਰੱਖਣਾ ਪਊਗਾ ਉਹਨਾਂ ਸੰਸਥਾਵਾਂ ਤੇ ਜਿਨ੍ਹਾਂ ਨੇ ਫੈਸਲੇ ਦਿੱਤੇ ਆ। ਹੁਣ ਉਹ ਫੈਸਲੇ ਕਿੱਦਾਂ ਦੇ ਆ, ਉਹ ਇੱਕ ਵੱਖਰਾ ਵਿਸ਼ਾ ਵਾ। ਤਾਂ ਕਹਿਣ ਦਾ ਭਾਵ ਹੈ ਕਿ ਪਰਸੈਪਸ਼ਨ ਪਹਿਲਾਂ ਹੀ ਕਰ ਦਿੱਤੀ ਗਈ ਆ ਕਿ ਨਤੀਜੇ ਲੁੱਟੇ ਜਾ ਸਕਦੇ ਆ। ਤਾਂ ਜਦੋਂ ਮਾਹੌਲ ਤੁਸੀਂ ਸਿਆਸੀ ਤੌਰ ਤੇ ਇਸ ਤਰ੍ਹਾਂ ਦਾ ਬਣਾਓਗੇ ਤੇ ਫਿਰ ਦੰਗਾ ਫਸਾਦ ਹੋਣਾ ਜਿਹੜਾ ਕੋਈ ਅਲੋਕਾਰੀ ਗੱਲ ਥੋੜੀ ਆ, ਕਿਉਂਕਿ ਤੁਸੀਂ ਤਾਂ ਭੜਕਾਉਣਾ। ਜਦੋਂ ਤੁਸੀਂ ਹਾਰ ਕੇ ਫਿਰ ਦੋ ਹੀ ਚੀਜ਼ਾਂ ਹੋਣਗੀਆਂ, ਜਾਂ ਈਵੀਐਮ ਤੇ ਜਾਂ ਦੰਗਾ, ਜਾਂ ਤਾਂ ਈਵੀਐਮ ਘੁੱਟ ਕੇ ਫੜ ਲੂਗੇ ਜਾਂ ਦੰਗੇ ਨੂੰ ਫੜ ਲੂਗੇ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਲੋਕਾਂ ਨੂੰ ਥੋੜਾ ਜਿਹਾ ਚੁਕੰਨੇ ਰਹਿਣਾ ਚਾਹੀਦਾ। ਇਹਨਾਂ ਦਾ ਪੋਲੀਟੀਕਲੀ ਮਫਾਦ ਕੋਈ ਵੀ ਹੋ ਸਕਦਾ, ਪਰ ਸਾਨੂੰ ਇਸ ਮਾਹੌਲ ਚੋਂ ਬਾਹਰ ਨਿਕਲਣਾ ਪੈਣਾ ਜਿਹਦੇ ਬਾਰੇ ਕਹਿੰਦੇ ਆ ਕਿ ਮੇਰੇ ਮਜ਼ਹਬ ਕੋ ਜਬ ਚਾਹੇ ਤੁਮਾ ਕਰ ਨੰਗਾ ਕਰ ਦੇਣਾ, ਥੋੜਾ ਔਰ ਵੋਟ ਚਾਹੀਏ तो फिर एक दंगा कर देना। तो इस तरह का माहौल है ਜਿਹੜਾ ਉਹ ਲੋਕ ਸਮਝਣ ਤੇ ਚੰਗਾ। ਜੀ ਜੀ ਬਿਲਕੁਲ, ਲੋਕਾਂ ਨੂੰ ਆਪਸੀ ਭਾਈਚਾਰੇ ਨੂੰ ਭੁੱਲਣਾ ਨਹੀਂ ਚਾਹੀਦਾ। ਇਹਨਾਂ ਪਾਰਟੀਆਂ ਨੇ ਆਉਂਦੇ ਜਾਂਦੇ ਰਹਿਣਾ ਆ, ਪਰ ਤੁਸੀਂ ਆਪਣਾ ਪ੍ਰੇਮ ਇਤਫਾਕ ਜਿਹੜਾ ਉਹ ਬਣਾ ਕੇ ਰੱਖੋ ਭਾਈ, ਇਹਨਾਂ ਦਾ ਕੋਈ ਪਤਾ ਨਹੀਂ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਅਖਿਲੇਸ਼ ਨੂੰ ਮਿਲੀ ਕਲੀਨ ਚਿੱਟ, ਸਿਆਸਤ ਦੇ ਵਿੱਚ ਨਵੇਂ ਚਰਚੇ। ਹਾਂ, ਹੁਣ ਇਹ ਚਰਚੇ ਜਿਹੜੇ ਆ ਉਹ ਵਾਕਿਆ ਹੀ ਕਾਬਲੇ ਗੌਰ ਆ। ਇਹ ਦ੍ਰਿਸ਼ਟੀਗੋਚਰ ਕਰਨੇ ਚਾਹੀਦੇ ਆ ਕਿ ਦੇਖੋ ਕਿੱਦਾਂ ਮਾਹੌਲ ਇੱਕ ਬਣਿਆ। ਯਾਦ ਹੋਣਾ ਤੁਹਾਨੂੰ ਜਦੋਂ ਰਾਹੁਲ ਗਾਂਧੀ ਤੇ ਅਖਿਲੇਸ਼ ਇੱਕੋ ਮੰਚ ਤੇ ਚੜ੍ਹਦੇ ਹੁੰਦੇ ਸੀ, ਖੂਬ ਤਾੜੀਆਂ ਵੱਜਦੀਆਂ ਸੀਗੀਆਂ ਕਿ ਇਹ ਐਸੀ ਜੋੜੀ ਹੈ ਜਿਵੇਂ ਵੈਸਟ ਇੰਡੀਜ਼ ਦੀ ਟੀਮ ਦੇ ਵਿੱਚ ਕ੍ਰਿਕਟ ਦੀ ਜਿਹੜੀ ਟੀਮ ਸੀ, ਗਾਰਡਨ ਗ੍ਰੀਨ ਤੇ ਹੈਂਸ ਦੀ ਹੁੰਦੀ ਸੀਗੀ ਓਪਨਰ ਜੋੜੀ, ਕਿ ਇਹ ਜੋੜੀ ਹੈ ਜਿਹੜੀ ਬਹੁਤ ਅੱਗੇ ਤੱਕ ਜਾਊਗੀ, ਇਸ ਦੇਸ਼ ਦੀ ਅਗਵਾਈ ਕਰੂਗੀ। ਬਾਅਦ ਦੇ ਵਿੱਚ ਫਿਰ ਸੁਰ ਬਦਲੇ, ਬੂਆ ਬਬੂਆ ਇਕੱਠੇ ਹੋ ਕੇ ਉਹਨਾਂ ਨੇ ਫਿਰ ਕਾਂਗਰਸ ਤੇ ਸਿੱਧੇ ਤੌਰ ਤੇ ਨਿਸ਼ਾਨੇ ਕੱਸਣੇ ਸ਼ੁਰੂ ਕਰ ਦਿੱਤੇ ਸੀਗੇ। ਹਾਲਾਂਕਿ ਬੀਬੀ ਮਾਇਆਵਤੀ ਤੇ ਥੋੜਾ ਜਿਹਾ ਜ਼ਿਆਦਾ ਕਠੋਰ ਰਵੱਈਆ ਰੱਖਦੀ ਆ ਕਾਂਗਰਸ ਪ੍ਰਤੀ, ਤੁਹਾਨੂੰ ਪਤਾ ਹੀ ਇਹਨਾਂ ਦਿਨਾਂ ਦੇ ਵਿੱਚ। ਪਰ ਅਖਿਲੇਸ਼ ਥੋੜਾ ਜਿਹਾ ਬਚ ਕੇ ਚੱਲਿਆ, ਪਰ ਅੰਤਲੇ ਦਿਨਾਂ ਦੇ ਵਿੱਚ ਉਹਨੇ ਵੀ ਵਾਰ ਜਿਹੜੇ ਆ ਤਿੱਖੇ ਕੀਤੇ ਹੀ। ਇੱਥੋਂ ਤੱਕ ਇੱਕ ਟਵੀਟ ਕਰ ਦਿੱਤਾ ਸੀਗਾ ਸ਼ਾਇਦ, ਜਿਹੜਾ ਬਾਅਦ ਦੇ ਵਿੱਚ ਸਟੇਟਮੈਂਟ ਵੀ ਬਣਿਆ, ਕਾਂਗਰਸ ਦੇਸ਼ ਦੀ ਸਭ ਤੋਂ ਧੋਖੇਬਾਜ਼ ਪਾਰਟੀ, ਸ਼ਾਇਦ ਰੈਲੀ ਦੀ ਗੱਲ ਕਹਿਤੀ ਸੀ। ਤਾਂ ਇਹ ਮਾਮਲਾ ਜਿਹੜਾ ਉਹ ਥੋੜਾ ਜਿਹਾ ਇਸ ਕਰਕੇ ਸਿਆਸਤ ਦੇ ਨਾਲ ਲਿਬੜਿਆ ਨਜ਼ਰ ਆਉਂਦਾ, ਕਿਉਂਕਿ ਜੋ ਕੁਛ ਚੱਲਿਆ ਯੂਪੀ ਦੇ ਵਿੱਚ, ਜਿਸ ਤਰ੍ਹਾਂ ਇਹ ਚੀਜ਼ਾਂ ਤਬਦੀਲ ਹੋਈਆਂ, ਉਹ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਇਸ਼ਾਰਾ ਮਿਲਦਾ ਹੈ ਕਿ ਮਾਮਲਾ ਜਿਹੜਾ ਸ਼ਾਇਦ ਰਾਜਨੀਤਿਕ ਰੰਗਤ ਦੇ ਵਿੱਚ ਰੰਗਿਆ ਜ਼ਰੂਰ ਆ। ਹੁਣ ਇਹ ਮਸਲਾ ਕੀ ਸੀਗਾ, ਇਹਨਾਂ ਤੇ ਪਿਓ ਪੁੱਤਰਾਂ ਤੇ ਇੱਕ ਮਾਮਲਾ ਦਰਜ ਹੋਇਆ ਸੀ, ਪਰ ਬਾਪੂ ਦਾ ਇਹਦਾ ਅਖਿਲੇਸ਼ ਦਾ ਪਹਿਲਾਂ ਉਹ ਤੇ ਸੰਸਦ ਦੇ ਵਿੱਚ ਹੀ ਕਹਿ ਚੁੱਕਿਆ, ਤੁਹਾਨੂੰ ਪਤਾ ਹੀ ਆ ਕਿ ਮੋਦੀ ਜੀ ਦੇਸ਼ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ, ਉਹ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦੇ ਚੁੱਕੇ ਸੀ। ਮੇਰੀ ਦਿੱਲੀ ਤਮੰਨਾ, ਇਹਨਾਂ ਨੇ ਆਪਣੀ ਤਮੰਨਾ ਜਿਹੜੀ ਉਹ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਸੀ, ਤੇ ਮੈਨੂੰ ਲੱਗਦਾ ਮੁੰਡਾ ਵੀ ਬਾਪੂ ਦੀ ਤਮੰਨਾ ਤੇ ਫੁੱਲ ਚਾੜਦਾ ਪਿਆ ਇਹਨਾਂ ਦਿਨਾਂ ਦੇ ਵਿੱਚ। ਤਾਂ ਹੋਇਆ ਕੀ ਸੀਗਾ ਕਿ ਇਹਨਾਂ ਤੇ ਮਾਮਲਾ ਦਰਜ ਹੋਇਆ ਸੀਗਾ, ਅਖਿਲੇਸ਼ ਦੇ ਭਰਾ ਤੇ ਵੀ ਉਹ ਮਾਮਲਾ ਦਰਜ ਹੋਇਆ ਸੀ। ਇਹ ਗੱਲ ਹੈਗੀ ਆ ਮੇਰੇ ਖਿਆਲ ਦੇ ਨਾਲ 2001-2 ਦੇ ਆਸ-ਪਾਸ ਦੀ। ਉਸ ਤੋਂ ਬਾਅਦ ਫਿਰ ਇਹ ਮਾਮਲਾ ਚੱਲਦਾ ਆਇਆ। ਇਹਨਾਂ ਤੇ ਇੱਕ ਮਾਮਲਾ ਜਿਹੜਾ ਹੋਰ ਵੀ ਸੀਗਾ। ਖੈਰ ਇਹ ਮਾਮਲਾ ਜਿਹੜਾ ਸੀਗਾ, ਇਹ ਇੱਕ ਕਾਂਗਰਸ ਦੇ ਨੇਤਾ ਐਡਵੋਕੇਟ ਵੀ ਵਿਸ਼ਵਨਾਥ ਚਤੁਰਵੇਦੀ, ਇਹਨਾਂ ਨੇ ਸੁਪਰੀਮ ਕੋਰਟ ਫਿਰ ਲਿਆਂਦਾ, ਇੱਕ ਪਟੀਸ਼ਨ ਦਾਖਲ ਕੀਤੀ, ਮੰਗ ਕੀਤੀ ਕਿ ਮੁਲਾਇਮ ਤੇ ਇਹਦੇ ਜਿਹੜੇ ਬੇਟੇ ਅਖਿਲੇਸ਼ ਤੇ ਪ੍ਰਤੀਕ ਤੇ ਜਿਹੜੀ ਇਹਨਾਂ ਦੀ ਪਤਨੀ ਆ, ਇਹਨਾਂ ਦੇ ਖਿਲਾਫ ਜੋ ਮਾਮਲਾ ਬਣਦਾ ਕਿ ਆਮਦਨ ਤੋਂ ਵੱਧ ਇਹਨਾਂ ਨੇ ਸੰਪੱਤੀ ਬਣਾਈ, ਇਹਦੀ ਜਾਂਚ ਪੜਤਾਲ ਹੋਵੇ। ਇੱਥੋਂ ਇਹ ਗੱਲ ਸ਼ੁਰੂ ਹੋਈ ਸੀ। ਯਾਨੀ
2-3 ਚ ਨਿਕਲੀ ਗੱਲ, ਫਿਰ 5 ਤੱਕ ਪਹੁੰਚਦੀ ਆ, ਫਿਰ ਸੁਪਰੀਮ ਕੋਰਟ ਜਿਹੜੀ ਆ CBI ਇਨਕੁਆਇਰੀ ਦੇ ਹੁਕਮ ਦਿੰਦੀ ਆ। 2012 ਦੇ ਵਿੱਚ ਇੱਕ ਪੁਨਰ ਵਿਚਾਰ ਪਟੀਸ਼ਨ ਦਾਖਲ ਹੁੰਦੀ ਆ, ਜਿਹਦੇ ਵਿੱਚ ਸੁਪਰੀਮ ਕੋਰਟ CBI ਨੂੰ ਨਿਰਦੇਸ਼ ਦਿੰਦੀ ਆ ਕਿ ਪੜਤਾਲ ਜਿਹੜੀ ਆ ਜਾਰੀ ਰੱਖੀ ਜਾਏ, ਕਿਉਂਕਿ ਇਹ ਤੋਂ ਪਹਿਲਾਂ ਇਹਨਾਂ ਨੇ ਯਾਨੀ ਯਾਦਵ ਫੈਮਿਲੀ ਵਾਲਿਆਂ ਨੇ ਇੱਕ ਪਟੀਸ਼ਨ ਦਾਖਲ ਕਰ ਦਿੱਤੀ ਸੀਗੀ ਕਿ ਦੇਖੋ ਜੀ ਇਹ ਮਾਮਲਾ ਜਿਹੜਾ ਉਹ ਖਾਰਜ ਕੀਤਾ ਜਾਵੇ, ਯਾਨੀ ਉਹ ਖਾਰਜ ਕਰਵਾਉਣ ਵਾਸਤੇ ਗਿਆ ਸੀ। ਪਰ ਸੁਪਰੀਮ ਕੋਰਟ ਨੇ ਆਖਿਆ ਕਿ ਨਹੀਂ, ਮਾਮਲੇ 'ਚ ਪੜਤਾਲ ਜਿਹੜੀ ਉਹ ਜਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਮਾਮਲਾ ਬਣਦਾ। ਸੋ ਇਹ ਮਾਮਲਾ ਜਿਹੜਾ ਸੀਗਾ ਫਿਰ 2012 ਚ ਇਸ ਤਰ੍ਹਾਂ ਨਿਪਟ ਗਿਆ, ਯਾਨੀ ਉਹ ਜਾਂਚ ਪੜਤਾਲ ਚੱਲਦੀ ਪਈ ਸੀ। ਥੋੜੇ ਦਿਨ ਪਹਿਲਾਂ ਯਾਨੀ ਮਾਰਚ ਦੀ ਗੱਲ ਆ ਕਿ CBI ਤੋਂ ਸਟੇਟਸ ਰਿਪੋਰਟ ਮੰਗੀ ਸੀਗੀ ਕੋਰਟ ਨੇ, ਤਾਂ ਇਹਨਾਂ ਨੇ ਆਖਿਆ ਕਿ ਸਾਨੂੰ ਥੋੜਾ ਜਿਹਾ ਵਕਫਾ ਦੇ ਦਿਓ। 2-3 ਹਫ਼ਤਿਆਂ ਦਾ ਇਹਨਾਂ ਨੇ ਵਕਫਾ ਲਿਆ ਸੀ। ਉਸ ਤੋਂ ਬਾਅਦ CBI ਅਚਾਨਕ ਅਦਾਲਤ ਦੇ ਵਿੱਚ ਪ੍ਰਗਟ ਹੁੰਦੀ ਹੈ ਤੇ ਜਾ ਕੇ ਕਹਿੰਦੀ ਆ ਕਿ ਦੇਖੋ ਜੀ ਮਾਮਲਾ ਬਣਦਾ ਹੈ। ਸੋ CBI ਨੂੰ ਇੰਨੀ ਦੇਰ ਬਾਅਦ ਇਹ ਅਹਿਸਾਸ ਹੁੰਦਾ, ਇਹ ਮਹਿਸੂਸ ਹੁੰਦਾ ਕਿ ਭਾਈ ਮਾਮਲਾ ਬਣਦਾ ਹੀ ਨਹੀਂ, ਤੇ ਉਹ ਮਾਮਲੇ ਨੂੰ ਫੇਰ ਠੰਡੇ ਬਸਤੇ 'ਚ ਪਾਉਣ ਦਾ ਕਿਤੇ ਨਾ ਕਿਤੇ ਕਹਿ ਲਈਏ ਹੀਲਾ ਵਸੀਲਾ ਕਰ ਰਹੇ ਆ। ਤਾਂ ਇਹਨੂੰ ਹੁਣ ਜੋੜਿਆ ਜਾ ਰਿਹਾ ਹੈ ਇਹਨਾਂ ਜਿਹੜੇ ਅੱਜ ਦੇ ਸਮੀਕਰਨਾਂ ਦੇ ਨਾਲ। ਸਮੀਕਰਨ ਕੀ ਆ, ਕਿਉਂਕਿ ਦੇਖੋ ਜੋ ਮਰਜ਼ੀ ਐਗਜ਼ਿਟ ਪੋਲ ਜਿਸ ਤਰ੍ਹਾਂ ਮਰਜ਼ੀ ਆ, ਹੁਣ ਤਾਂ ਵੈਸੇ ਥੋੜਾ ਸਮਾਂ ਹੀ ਰਹਿ ਗਿਆ, ਤਾਂ ਜੋ ਮਰਜ਼ੀ ਆ, ਪਰ ਕੁਛ ਲੋਕ ਹਾਲੇ ਵੀ ਮੰਨਦੇ ਪਏ ਆ ਕਿ ਨਰਿੰਦਰ ਮੋਦੀ ਨੂੰ ਥੋੜੇ ਬਹੁਤ ਧੱਕੇ ਦੀ ਜ਼ਰੂਰਤ ਪਊਗੀ, ਮਤਲਬ ਕਿ ਇੱਥੋਂ ਕੱਢਣ ਵਾਸਤੇ ਨਹੀਂ, ਸੱਤਾ 'ਚ ਬਣੇ ਰਹਿਣ ਵਾਸਤੇ ਥੋੜਾ ਜਿਹਾ ਧੱਕਾ ਜਿਹੜਾ ਚਾਹੀਦਾ, ਤਾਂ ਉਹ UP ਦੇ ਵਿੱਚ ਇਹ ਗੱਠਜੋੜ ਵੀ ਲਾ ਸਕਦਾ। ਮਤਲਬ ਕਿ ਇੱਕ ਆਪਸ਼ਨ ਰੱਖਿਆ ਜਾ ਰਿਹਾ। ਔਰ ਵੈਸੇ ਵੀ ਇਹਨਾਂ ਨੇ ਜਿਹੜਾ ਡਿਨਰ ਕੀਤਾ ਕੱਲ ਸਾਰਿਆਂ ਨੇ ਰਲ ਮਿਲ ਕੇ NDA ਵਾਲਿਆਂ ਨੇ, ਉਹਦੇ ਵਿੱਚ ਵੀ ਤਕਰੀਬਨ ਸੰਕੇਤ ਆਈ ਉਹ ਦਿੱਤੇ ਆ ਕਿ 50% ਕੈਬਨਿਟ ਦੇ ਵਿੱਚ ਨਵੇਂ ਚਿਹਰੇ ਹੋਣਗੇ। ਮਤਲਬ ਬੰਗਾਲ ਵੱਲੋਂ ਜਾਂ ਉੜੀਸਾ ਵੱਲੋਂ ਜਾਂ ਤੇਲੰਗਾਨਾ ਵੱਲੋਂ ਇੱਧਰ ਵੀ ਨੁਮਾਇੰਦਗੀ ਜਿਹੜੀ ਆ ਸਕਦੀ ਹੈ, ਔਰ ਨਵੇਂ ਚਿਹਰੇ ਤੋਂ ਭਾਵੇਂ ਕਿ ਕੁਛ ਨਵੇਂ ਸਾਥੀ ਵੀ ਹੋ ਸਕਦੇ। ਤਾਂ ਇਹ ਚੀਜ਼ ਜਿਹੜੀ ਆ ਉਹ ਇੱਧਰ ਜੋੜੀ ਜਾ ਰਹੀ ਆ। ਸਿਆਸਤ ਦੇ ਵਿੱਚ ਕੀ ਹੋ ਜਾਣਾ ਕੋਈ ਕੁਛ ਵੀ ਨਹੀਂ ਕਹਿ ਸਕਦਾ ਪੱਕੇ ਤੌਰ ਤੇ, ਪਰ ਇਸ ਕਲੀਨ ਚਿੱਟ ਨੂੰ ਲੈ ਕੇ ਜਿਹੜੀ ਕਿ ਨਤੀਜਾ ਪੈਣ ਪਹਿਲਾਂ ਆਈ ਆ, ਉਹ ਕਾਫੀ ਇਸ ਸਮੇਂ ਸੁਰਖੀਆਂ ਬਟੋਰ ਰਹੀ ਆ। ਵੈਸੇ ਵੀ ਰਾਜਨੀਤੀ 'ਚ ਅੱਜ ਕੱਲ ਇਹ ਚੱਲਣ ਬਣ ਗਿਆ, ਸੌਦੇਬਾਜ਼ੀ ਚੱਲਦੀ ਆ। ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਆਦਮ में भी खरीदो फरोख्त जिसे देखो वो व्यापारी लगे। सियासत में ऐसी उछल कूद है कि हर एक नेता मदारी लगे। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਸਰਕਾਰ ਬਣਨ ਤੋਂ ਪਹਿਲਾਂ ਹੀ ਗੈਰ ਭਾਜਪਾ ਸ਼ਾਸਿਤ ਰਾਜਾਂ ਵਿੱਚ ਬਹੁਤ ਕੁਝ ਹੋਣ ਦੇ ਮਿਲ ਰਹੇ ਨੇ ਸੰਕੇਤ। ਹਾਂ ਇਹ ਤੇ ਹੈ ਜੀ। ਦੇਖੋ 2-3 ਰਾਜ ਆ ਜਿਹੜੇ ਉਹ ਤੇ ਕਦੇ ਨਹੀਂ ਚਾਹਣਗੇ, ਕਤਈ ਨਹੀਂ ਚਾਹਣਗੇ ਕਿ ਸਰਕਾਰ ਜਿਹੜੀ ਆ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆ ਜਾਵੇ, ਖਾਸ ਤੌਰ ਤੇ ਮੱਧ ਪ੍ਰਦੇਸ਼ ਤੇ ਕਰਨਾਟਕ। ਹੁਣ ਮੱਧ ਪ੍ਰਦੇਸ਼ ਦਾ ਸਮੀਕਰਨ ਕੀ ਆ ਕਿ ਉੱਥੇ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਦੀ ਸਰਕਾਰ ਚੱਲਦੀ ਹੈ, ਇਹਨਾਂ ਦੇ ਕੋਲ 6 ਵਿਧਾਇਕਾਂ ਦਾ ਬਹੁਮਤ ਆ, 6 ਦਾ, ਔਰ ਉਹਦੇ ਵਿੱਚ ਵੀ 2 ਹੈਗੇ ਆ ਬਹੁਜਨ ਸਮਾਜ ਪਾਰਟੀ ਦੇ ਤੇ ਇੱਕ ਸਮਾਜਵਾਦੀ ਪਾਰਟੀ ਦਾ, ਤੇ 4 ਤੋਂ ਮੇਰੇ ਖਿਆਲ ਦੇ ਨਾਲ ਆਜ਼ਾਦ ਵਿਧਾਇਕ ਆ। ਹੁਣ ਆਜ਼ਾਦ ਤੇ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਕਦੋਂ ਪਾਸ ਹੋ ਜਾਣ ਕੋਈ ਨਹੀਂ ਕਹਿ ਸਕਦਾ ਜੀ। ਤੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀਆਂ ਦੇ 3 ਇਹਨਾਂ ਦੇ ਹੋ ਗਏ, ਤੇ ਮੰਨ ਲਓ ਜੇ ਕੱਲ ਨੂੰ ਕੋਈ ਗੱਲਬਾਤ ਬਣਦੀ ਆ ਤੇ ਫਿਰ ਇਹ ਸਰਕਾਰ ਜਿਹੜੀ ਆ ਉਹ ਵੀ ਝਟਕੇ ਦਾ ਸ਼ਿਕਾਰ ਹੋ ਸਕਦੀ। ਕਿਉਂਕਿ ਇਹ ਤੋਂ 2 ਚੀਜ਼ਾਂ ਨਿਕਲੀਆਂ ਨੇ। ਇੱਕ ਤੇ ਇਹ ਆ ਕਿ ਇਹਨਾਂ ਦੇ ਜਿਹੜੇ ਉੱਥੇ ਮੱਧ ਪ੍ਰਦੇਸ਼ ਦੇ ਹੈਗੇ ਆ ਨਾ ਭਾਜਪਾ ਦੇ ਆਗੂ ਗੋਪਾਲ ਭਾਰਗਵ, ਉਹਨੇ ਰਾਜਪਾਲ ਆਨੰਦੀਬੇਨ ਪਟੇਲ ਨੂੰ ਚਿੱਠੀ ਲਿਖ ਕੇ ਮੰਗ ਕਰ ਦਿੱਤੀ ਕਿ ਦੇਖੋ ਜੀ ਸੂਬੇ ਦੇ ਵਿੱਚ ਜਿੱਦਾਂ ਸੋਕਾ ਆ, ਅਮਨ ਕਾਨੂੰਨ ਦੀ ਵਿਵਸਥਾ ਆ, ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਮਾਮਲਾ, ਭਲਾਈ ਸਕੀਮਾਂ, ਇਹਨਾਂ ਦੇ ਵਿਗਾੜਾਂ ਨੂੰ ਵਿਚਾਰਨ ਵਾਸਤੇ ਇੱਕ ਸਪੈਸ਼ਲ ਇਜਲਾਸ ਸੱਦੋ। ਮਤਲਬ ਕਿ ਇੱਕ ਸਪੈਸ਼ਲ ਇਜਲਾਸ ਲੋਕਲ ਮੁੱਦਿਆਂ ਤੇ ਸੱਦਿਆ ਜਾਵੇ। ਤਾਂ ਨਾਲ ਦੀ ਨਾਲ ਜਿਹੜਾ ਉੱਥੋਂ ਦਾ ਸਾਬਕਾ ਚੀਫ ਮਿਨਿਸਟਰ ਹੈ ਭਾਰਤੀ ਜਨਤਾ ਪਾਰਟੀ ਦਾ ਬਹੁਤ ਸੁੰਡ ਆਗੂ ਸ਼ਿਵਰਾਜ ਸਿੰਘ ਚੌਹਾਨ, ਉਹਨੇ ਐਗਜ਼ਿਟ ਪੋਲਾਂ ਦੇ ਆਧਾਰ ਤੇ ਕਹਿੰਦੇ ਆ ਕਿ ਲੋਕਾਂ ਵਿੱਚ ਕਾਂਗਰਸ ਦਾ ਯਕੀਨ ਨਹੀਂ ਰਿਹਾ, ਉਹਨੇ ਸਰਕਾਰ ਦੇ ਅਸਤੀਫੇ ਦੀ ਮੰਗ ਕਰ ਲਈ ਚੀਫ ਮਿਨਿਸਟਰ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਐਗਜ਼ਿਟ ਪੋਲਾਂ ਦੇ ਆਧਾਰ ਤੇ ਅਸਤੀਫਾ ਮੰਗ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਜਿੱਦਾਂ ਦੇ ਸੰਕੇਤ ਮਿਲਦੇ ਆ, ਕਰਨਾਟਕ ਵਾਲੇ ਵੀ ਕੰਨ ਜਿਹੜੇ ਆ ਉਹ ਖੜੇ ਕਰਕੇ ਸੁਣਦੇ ਹੋਣਗੇ ਐਗਜ਼ਿਟ ਪੋਲਾਂ ਦੇ ਨਤੀਜੇ, ਔਰ ਉਸ ਤੋਂ ਬਾਅਦ ਜਿਹੜਾ ਕੱਲ ਨਤੀਜਾ ਆਉਣਾ ਉੱਤੇ ਪੂਰੀਆਂ ਅੱਖਾਂ ਗੱਡ ਕੇ ਵੇਖਣਗੇ। ਕਿਉਂਕਿ ਕਰਨਾਟਕ ਦੇ ਵਿੱਚ ਵੀ ਹਾਲਾਤ ਕਾਂਗਰਸ ਦੇ ਇਹੋ ਜਿਹੇ ਆ ਕਿ ਉੱਥੇ ਇਹ ਵਾਵਾ
ਲੰਮੀ ਚੌੜੀ ਇੱਕ ਲਿਸਟ ਲੈ ਗਏ ਸੀਗੇ ਜਿੱਤਵਾਂ ਦੀ, ਪਰ ਬਾਵਜੂਦ ਇਸ ਤੇ ਇਹਨਾਂ ਨੂੰ ਸਰਕਾਰ ਦੇ ਵਿੱਚ ਉੱਥੇ ਪਛਾੜੀ ਲੱਗਣਾ ਪਿਆ। ਜਿਨ੍ਹਾਂ ਕੋਲ ਘੱਟ ਸੀਟਾਂ ਸੀਗੀਆਂ ਉਹਨਾਂ ਦੇ ਕੁਮਾਰ ਸਵਾਮੀ ਨੂੰ ਚੀਫ ਮਿਨਿਸਟਰ ਬਣਾਉਣਾ ਪਿਆ ਮਜਬੂਰੀ 'ਚ, ਤੇ ਉੱਥੇ ਵੀ ਅੰਦਰ ਖਾਤੇ ਦੱਸਦੇ ਆ ਕਿ ਇਹ ਕੰਮ ਚੱਲਣ ਡਿਆ। ਉੱਥੇ ਵੀ ਤੁਹਾਨੂੰ ਪਤਾ ਹੀ ਆ ਸ਼ੁਰੂ ਤੋਂ ਚੱਲਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਦੋ ਰਾਜਾਂ ਦੀਆਂ, ਰਾਜਸਥਾਨ ਦੇ ਵਿੱਚ ਵੀ ਮੈਂ ਸਮਝਦਾ ਕਿ ਜੇ ਕੇਂਦਰ 'ਚ ਕੋਈ ਸਰਕਾਰ ਬਣਦੀ ਹੈ ਤੇ ਆਉਣ ਵਾਲੇ ਸਮੇਂ 'ਚ ਉੱਥੇ ਵੀ ਕੋਈ ਏਦਾਂ ਦਾ ਝਟਕਾ ਲਟਕਾ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ। ਤਾਂ ਇਹ ਜਿਹੜੇ ਹੈਗੇ ਆ ਗੈਰ ਭਾਜਪਾ ਸ਼ਾਸਤ ਰਾਜ, ਇਹਨਾਂ ਦੀ ਵੀ ਨਿਗਾਹ ਜਿਹੜੀ ਉਹ ਕੇਂਦਰ ਤੇ ਬਣੀ ਹੋਈ ਆ ਕਿ ਕੇਂਦਰ 'ਚ ਕੀ ਬਣੂਗਾ, ਤੇ ਜੇ ਕੇਂਦਰ 'ਚ ਉਹ ਨਹੀਂ ਬਣਦਾ ਜੋ ਅਸੀਂ ਨਹੀਂ ਬਣਾਉਣਾ ਚਾਹੁੰਦੇ ਤੇ ਫਿਰ ਸਾਡਾ ਕੀ ਬਣੂਗਾ ਉਹ ਰੱਬ ਹੀ ਜਾਣਦਾ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਨੌਜਵਾਨ ਦੀ ਹਿਰਾਸਤੀ ਮੌਤ, ਫਰੀਦਕੋਟ ਪੁਲਿਸ ਦੇ 2 ਅਧਿਕਾਰੀ ਗ੍ਰਿਫਤਾਰ। ਦੇਖੋ ਇਹ ਮਾਮਲਾ ਜਿਹੜਾ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਇਹ ਸਾਫ਼ ਹੋ ਗਿਆ ਕਿ ਉਸ ਮੁੰਡੇ ਨੂੰ ਮਾਰ ਕੇ ਤੇ ਫਿਰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ, ਕਿਉਂਕਿ ਇਹ ਤੇ ਥਿਊਰੀ ਇਹੋ ਹੀ ਦੇ ਰਹੇ ਆ ਕਿ ਦੇਖੋ ਜੀ ਉਹਨੇ ਸੁਸਾਈਡ ਕਰ ਲਿਆ ਗਲੀਚੇ ਦੇ ਨਾਲ, ਮਤਲਬ ਕਿ ਉਹ ਜਿਹੜੀ ਚਾਦਰ ਵਿਛਾਉਣ ਵਾਲੀ ਹੁੰਦੀ ਹੈ ਵਿਛਾਉਣੇ ਦੇ ਨਾਲ ਉਹਨੇ ਹਵਾਲਾਤ ਦੇ ਵਿੱਚ ਆਪਣੇ ਨੂੰ ਮੁਕਾ ਲਿਆ। ਪਰ ਇੱਥੇ ਪ੍ਰਸ਼ਨ ਬੜੇ ਖੜੇ ਹੁੰਦੇ ਆ। ਉਦਾਹਰਨ ਦੇ ਤੌਰ ਤੇ ਦੇਖੋ ਜਿਹੜੀ ਹਵਾਲਾਤ ਦੇ ਵਿੱਚ ਬੈਲਟ ਵੀ ਨਹੀਂ ਜਾਣ ਦਿੱਤੀ ਜਾਂਦੀ, ਸਾਫਾ ਤੱਕ ਨਹੀਂ ਜਾਣ ਦਿੱਤਾ ਜਾਂਦਾ, ਇੱਥੋਂ ਤੱਕ ਕਿ ਚੱਪਲ ਤੱਕ ਨਹੀਂ ਜਾਣ ਦਿੱਤੀ ਜਾਂਦੀ, ਉੱਥੇ ਗਲੀਚਾ ਕਿੱਦਾਂ ਇਹਨਾਂ ਨੇ ਦੇ ਦਿੱਤਾ। ਇਹ ਬੜੀ ਹੈਰਾਨਗੀ ਵਾਲੀ ਗੱਲ ਆ। ਫਿਰ ਦੂਜੀ ਗੱਲ ਇਹ ਆ ਕਿ ਜਿਹੜੇ 2 ਮੁੰਡੇ ਉਹਦੇ ਨਾਲ ਹੋਰ ਚੁੱਕੇ ਸੀਗੇ ਉਹ ਕਿੱਥੇ ਆ? ਇਹਨਾਂ ਨੇ ਗ੍ਰਿਫਤਾਰ ਕੀਤੇ ਸੀ, ਉਹਨਾਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ? ਉਹਨਾਂ ਨੂੰ ਲਿਆਉਣ, ਅਸਲੀ ਕਹਾਣੀ ਉਹਨੂੰ ਤਾਂ ਪਤਾ ਲੱਗ ਜਾਣੀ ਆ। ਔਰ ਤੀਜੀ ਚੀਜ਼ ਜਿਹੜੀ ਮਹੱਤਵਪੂਰਨ ਆ ਉਹ ਇਹ ਆ ਕਿ ਦੇਖੋ ਜੇ ਖੁਦਕੁਸ਼ੀ ਕਰਨੀ ਸੀਗੀ ਮੁੰਡੇ ਨੇ ਤਾਂ ਫਿਰ ਤੁਸੀਂ ਉਹਦਾ ਪੋਸਟਮਾਰਟਮ ਕਰਾਉਂਦੇ, ਔਰ ਪੋਸਟਮਾਰਟਮ ਦੇ ਵਿੱਚ ਇਹ ਚੀਜ਼ ਪ੍ਰਮਾਣਿਤ ਹੁੰਦੀ ਕਿ ਹਾਂ ਉਹਨੇ ਵਾਕਈ ਖੁਦਕੁਸ਼ੀ ਕੀਤੀ ਹੈ, ਤੁਹਾਡੀ ਜਾਨ ਛੁੱਟ ਜਾਂਦੀ, ਸਥਿਤੀ ਜਿਹੜੀ ਹੈ ਉਹ ਸਾਰੀ ਸਾਫ਼ ਹੋ ਜਾਂਦੀ। ਹੁਣ ਇਹਨਾਂ ਨੇ ਰਾਜਸਥਾਨ ਨਹਿਰ ਦੇ ਵਿੱਚ ਸੁੱਟੀ ਹੈ ਉਹਦੀ ਲਾਸ਼। ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਆ, ਵਿਚਾਰਨ ਵਾਲੀ ਆ। ਰਾਜਸਥਾਨ ਨਹਿਰ ਸਾਡੇ ਪਿੰਡਾਂ ਦੇ ਕੋਲੋਂ ਲੰਘਦੀ, ਔਰ ਬਦਕਿਸਮਤੀ ਵਾਲੀ ਗੱਲ ਆ, ਮੰਦਭਾਗੀ ਗੱਲ ਆ ਕਿ ਇਹ ਨਹਿਰ ਜਿਹੜੀ ਆ ਉਸ ਪਿੰਡ ਦੇ ਐਨ ਉੱਤੋਂ ਦੀ ਲੰਘਦੀ ਆ ਜਿੱਥੋਂ ਦਾ ਮੁੰਡਾ ਸੀ ਪੰਜਾਬੀ ਦਾ। ਇਹ ਨਹਿਰ ਜਿਹੜੀ ਹੈ ਇਹਨੂੰ ਬੰਦੇ ਖਾਣੀ ਨਹਿਰ ਕਹਿੰਦੇ ਆ ਅਸੀਂ ਇਸ ਏਰੀਏ 'ਚ, ਕਿਉਂਕਿ ਇੱਥੇ ਪਤਾ ਹੀ ਨਹੀਂ ਕਿੰਨੀਆਂ ਸੈਂਕੜੇ ਲਾਸ਼ਾਂ ਜਿਹੜੀਆਂ ਉਹ ਏਦਾਂ ਹੀ ਡੱਡੀਆਂ ਮੱਛੀਆਂ ਦਾ ਸ਼ਿਕਾਰ ਹੋ ਜਾਂਦੀਆਂ, ਲੱਭਦੀਆਂ ਹੀ ਨਹੀਂ ਆ। ਤਾਂ ਇਹ ਜਿਹੜੀ ਲਾਸ਼ ਸੁੱਟੀ ਗਈ ਹੈ, ਗਿਣ ਮਿੱਥ ਕੇ ਸੁੱਟੀ ਗਈ ਹੈ ਰਾਜਸਥਾਨ ਕਨਾਲ 'ਚ। ਉਹ ਬਹੁਤ ਵੱਡੀ ਨਹਿਰ ਆ, ਉਹਦੇ 'ਚ ਇਸ ਤਰ੍ਹਾਂ ਲਾਸ਼ ਛੇਤੀ ਲੱਭਣੀ ਹੈ ਜਿਹੜੀ ਉਹ ਸੁਖਾਲੀ ਨਹੀਂ ਹੈ। ਹੁਣ ਜਦੋਂ ਡੈਡ ਬੋਡੀ ਨਹੀਂ ਲੱਭੂਗੀ, ਪੋਸਟਮਾਰਟਮ 'ਚ ਕੋਈ ਸਰਟੀਫਿਕੇਟ ਨਹੀਂ ਆਊਗੀ, ਇਹਨਾਂ ਤੇ ਕਤਲ ਦਾ ਮਾਮਲਾ ਬਣਨਾ ਖੁਦਕੁਸ਼ੀ ਲਈ ਮਜਬੂਰ ਕਰਨ ਦਾ। ਔਰ ਉਹ ਵੀ ਤਾਂ ਖੁਦਕੁਸ਼ੀ ਸਾਬਤ ਹੋਊਗੀ ਨਾ ਜੇ ਡੈਡ ਬੋਡੀ ਮਿਲੂਗੀ। ਪਹਿਲਾਂ ਤਾਂ ਇਹ ਬੜਾ ਵੱਡਾ ਚੈਲੰਜ ਆ ਕਿ ਡੈਡ ਬੋਡੀ ਮਿਲੇ। ਹੁਣ ਦੂਜੀ ਚੀਜ਼ ਇਹ ਆ ਕਿ ਜੇ ਡੈਡ ਬੋਡੀ ਨਹੀਂ ਮਿਲਦੀ, ਇਹ ਜਿਹੜੇ ਮਾੜੇ ਮੋਟੇ 2 ਬੰਦੇ ਅਰੈਸਟ ਕੀਤੇ ਆ ਗਨਮੈਨ ਮਰਦਿਆਂ ਨੇ, ਇਹਨਾਂ ਨੇ ਅੱਖ ਚੱਬਿਆ, ਫਿਰ ਇਹਨਾਂ ਨੇ ਵੀ ਨਿਕਲ ਜਾਣਾ। ਸੋ ਉਹ ਮਾਮਲਾ ਜਿਹੜਾ ਕਾਫੀ ਸੰਜੀਦਾ ਔਰ ਸਿੱਧੇ ਤੌਰ ਤੇ ਬਹੁਤ ਵੱਡਾ ਪ੍ਰਸ਼ਨ ਹੈ ਕਿ ਪੁਲਿਸ ਕਹਾਣੀਆਂ ਪਾਉਂਦੀ ਪਈ ਹੈ। ਕਿਉਂ ਪਾਉਂਦੀ ਪਈ ਹੈ? ਬਹੁਤ ਵੱਡਾ ਸਵਾਲ ਆ, ਕਿਉਂਕਿ ਜੇ ਖੁਦਕੁਸ਼ੀ ਕੀਤੀ ਆ, ਮੇਰਾ ਸਵਾਲਾਂ ਦਾ ਸਵਾਲ ਇਹੋ ਆ ਕਿ ਤੁਹਾਨੂੰ ਲਾਸ਼ ਉੱਤੇ ਸੁੱਟਣ ਦੀ ਕੀ ਲੋੜ ਜੀ? ਤੁਸੀਂ ਉਹਦਾ ਪੋਸਟਮਾਰਟਮ ਕਰਵਾਉਂਦੇ। ਤਾਂ ਇਹ ਹੁਣ ਮਸਲਾ ਜਿਹੜਾ ਉਹ ਇੱਥੋਂ ਤੱਕ ਚਲੇ ਗਿਆ ਕਿ ਅੱਜ ਇੱਕ ਪਾਸੇ ਤੇ ਅਰੂਸਾ ਦਾ ਜਨਮ ਦਿਨ ਜਿਹੜਾ ਸੀ ਉਹ ਹਯਾ ਖਤਮ ਕਰਕੇ ਹਯਾ ਤੇ ਮਨਾਇਆ ਜਾ ਰਿਹਾ ਸੀ ਚੰਡੀਗੜ੍ਹ, ਤੇ ਦੂਜੇ ਪਾਸੇ ਇੱਕ ਬਾਪ ਉੱਥੇ ਵਿਰਲਾਪ ਕਰਦਾ ਪਿਆ ਸੀਗਾ ਜਿੱਥੇ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ ਮਾਤੜ ਹੈਗਾ, ਮਾਤੜ ਕਿਸਾਨ ਹੈ ਵਿਚਾਰਾ, ਛੋਟਾ ਕਿਸਾਨ ਆ, 24 ਸਾਲ ਦਾ ਮੁੰਡਾ ਵੀ ਗਵਾ ਬੈਠਾ ਔਰ ਭਰੋਸਾ ਵੀ ਗਵਾ ਲਿਆ ਕਿ ਮੁੰਡਾ ਮਿਲੂਗਾ ਜਾਂ ਨਹੀਂ ਮਿਲੂਗਾ ਮ੍ਰਿਤਕ ਦੇ ਰੂਪ ਦੇ ਵਿੱਚ। ਤਾਂ ਉੱਥੇ ਅੱਜ ਸੁਖਪਾਲ ਸਿੰਘ ਖਹਿਰਾ ਜ਼ਰੂਰ ਗਿਆ, ਬੀਬੀ ਖਾਲੜਾ ਵੀ ਆਈ ਆ। ਹਾਲਾਂਕਿ ਇਹਨਾਂ ਨੇ ਉੱਥੇ ਬੇਅਦਬੀ ਵਾਲੇ ਭਾਸ਼ਣ ਛੋੜੇ ਰੱਖੇ ਜਿਹੜੇ ਕਿ ਮੇਰੇ ਖਿਆਲ ਦੇ ਨਾਲ ਉੱਥੇ ਬਣਦੇ ਨਹੀਂ ਸੀਗੇ, ਸਿਆਸੀ ਸਪੀਚਾਂ ਬਾਅਦ ਹੁੰਦੀਆਂ ਰਹਿੰਦੀਆਂ, ਪਰ ਇਹਨਾਂ ਨੂੰ ਫਿਰ ਵੀ ਆਪਾਂ ਥੋੜਾ ਜਿਹਾ ਇਸ ਗੱਲੋਂ ਸਲਾਹੁੰਦੇ ਆ ਕਿ ਇਹਨਾਂ ਨੇ ਘੱਟੋ ਘੱਟ ਇਹਨਾਂ ਗਰੀਬਾਂ ਦਾ ਜਾ ਕੇ ਪੱਖ ਜ਼ਰੂਰ ਪੂਰਿਆ। ਸੋ ਹੁਣ ਸਾਰੀ ਟੇਕ ਜਿਹੜੀ ਆ ਉਹ ਲਾਸ਼ ਲੱਭਣ ਤੱਕ ਹੀ ਸੀਮਤ ਆ ਕਿ ਲਾਸ਼ ਲੱਭੂਗੀ, ਉਸ ਤੋਂ ਬਾਅਦ ਅੱਗੇ ਗੱਲ ਚੱਲਦੀ ਆ। ਹਾਂ, ਜਿਹੜਾ ਉਹ ਥਾਣੇਦਾਰ ਮਰਿਆ ਸੀਗਾ ਉਹਦੇ ਜਿਹੜੇ 2 ਗਨਮੈਨ ਆ ਉਹ ਅਰੈਸਟ ਕਰ ਲਏ ਗਏ ਆ। ਪਰ ਮੈਂ ਸਮਝਦਾ ਕਿ ਜਿਹੜਾ ਉੱਥੋਂ ਦਾ ਮੁਨਸ਼ੀ ਹੈ ਥਾਣੇ ਦਾ, ਕਿਉਂਕਿ ਇੱਕ ਮੁਨਸ਼ੀ ਹੈ ਜਿਹੜਾ ਉਹ ਰਾਤ ਨੂੰ ਡਿਊਟੀ ਤੇ ਹੁੰਦਾ ਔਰ ਇੱਕ ਸੰਤਰੀ ਪਹਿਰੇ ਤੇ ਹੁੰਦਾ, ਔਰ ਇਹ ਹੋਰ ਵੀ ਮੁਲਾਜ਼ਮ ਉੱਥੇ 2-4 ਹੁੰਦੇ ਆ। ਘੱਟੋ ਘੱਟ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹ ਮੁੰਡਾ ਕਿਵੇਂ ਮਰਿਆ, ਕਿੱਥੇ ਲਾਸ਼ ਉਹਦੀ ਸੁੱਟੀ ਗਈ ਆ, ਖੜੀ ਗਈ ਆ, ਔਰ ਇਹਨਾਂ ਦੇ ਫੋਨ ਡਿਟੇਲ ਜਿਹੜੀ ਫੋਨ ਕਾਲ ਡਿਟੇਲ ਹੁੰਦੀ ਆ ਉਹ ਵੀ ਚੈੱਕ ਕਰਨੀ ਚਾਹੀਦੀ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਇਸ ਮੁੰਡੇ ਦੇ ਨਾਲ 2 ਮੁੰਡੇ ਫੜੇ ਸੀ ਗੁਰਸਿੱਖ,
ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ, ਉਹਨਾਂ ਦੀ ਵੀ ਸਟੇਟਮੈਂਟ ਦਰਜ ਕਰਵਾਉਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਵਾਪਰਿਆ ਕੀ, ਕਿਉਂਕਿ ਜੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਲਿਆਏ ਸੀ ਤੇ ਜੇ ਅਲੱਗ ਕੀਤਾ ਸੀ ਉਹਨੂੰ ਬੰਦ, ਤੇ ਫਿਰ ਤੇ ਗੜਬੜ ਹੈਗੀ ਆ। ਜੇ ਇਕੱਠਿਆਂ ਨੂੰ ਬੰਦ ਕੀਤਾ ਸੀ ਤੇ ਫਿਰ ਉਹਨੇ ਤਿੰਨਾਂ ਦੇ ਵਿੱਚ ਉੱਠ ਕੇ ਕਿਵੇਂ ਆਪਣੇ ਆਪ ਨੂੰ ਬੰਦਾ ਲਾ ਲਿਆ, ਇਹ ਵੀ ਬਹੁਤ ਵੱਡਾ ਸਵਾਲ ਰਹੂਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਡਰੱਗ ਰਿਕਵਰੀ ਵਿੱਚ ਪੰਜਾਬ ਆਪਣੇ ਗਵਾਂਢੀਆਂ ਦੇ ਨਾਲੋਂ ਅੱਗੇ। ਸਿਰ ਕੱਢਵੇਂ ਰਿਕਾਰਡ ਅਸੀਂ ਪੈਦਾ ਕੀਤੇ ਹੋਏ ਆ, ਤੇ ਮੇਰੇ ਖਿਆਲ ਦੇ ਨਾਲ ਇਹ ਰਿਕਾਰਡ ਟੁੱਟਣੇ ਵੀ ਨਹੀਂ ਹੋਣ ਜਲਦੀ, ਜਿਹੜੇ ਰਿਕਾਰਡ ਅਸੀਂ ਪੈਦਾ ਕੀਤੇ ਆ। ਇਹ ਸਿਰ ਦੇਣ ਵਾਲੇ ਲੋਕ ਜਿਹੜੇ ਆ ਹੁਣ ਸਿਰਾਂ ਨੂੰ ਇਸ ਤਰ੍ਹਾਂ ਦੇ ਨਸ਼ੇ ਚੜਾਈ ਬੈਠੇ ਆ ਜਿਹੜੇ ਛੇਤੀ ਉਤਰਨੇ ਨਹੀਂ ਹੈ। ਸੋ ਡਰੱਗ ਰਿਕਵਰੀ ਦਾ ਜਿਹੜਾ ਡਾਟਾ ਆਇਆ ਉਹ ਹੈਰਾਨ ਕਰਦਾ ਹੈ। ਔਰ ਸਭ ਤੋਂ ਪਹਿਲਾਂ ਤੇ ਮੈਂ ਨਰਿੰਦਰ ਮੋਦੀ ਜੀ ਨੂੰ ਵਧਾਈ ਦੇਵਾਂਗਾ ਕਿ ਉਹਨਾਂ ਦਾ ਗੁਜਰਾਤ ਮਾਡਲ ਇਸ ਮਾਮਲੇ 'ਚ ਵੀ ਮਾਡਲ ਬਣਿਆ। ਸੋ ਦੋਵੇਂ ਹੱਥ ਜੋੜ ਕੇ ਪਹਿਲਾਂ ਤੇ ਉਹਨਾਂ ਨੂੰ ਵਧਾਈਆਂ, ਕਿਉਂਕਿ ਇਹ ਉਹਨਾਂ ਦੀ ਵੀ ਇੱਕ ਪ੍ਰਾਪਤੀ ਹੈ। ਕਿਉਂਕਿ ਜੇ ਮਾਡਲ ਇੱਕ ਪ੍ਰਾਪਤੀ ਹੈ ਤੇ ਫਿਰ ਆ ਵੀ ਮਾਡਲ ਤੇ ਉਹਨਾਂ ਨੂੰ ਲੈਣਾ ਚਾਹੀਦਾ ਨਾ ਕਿ ਇਹ ਵੀ ਇੱਕ ਪ੍ਰਾਪਤੀ ਹੈ। ਤੇ ਉੱਥੇ ਕੀ ਹੋਇਆ ਕਿ ਜਿੰਨੀ ਇਹਨਾਂ ਨੇ ਡਰੱਗ ਫੜੀ ਇਲੈਕਸ਼ਨ ਦੇ ਦੌਰਾਨ ਉਹ ਤਕਰੀਬਨ 1250 ਕਰੋੜ ਦੀ ਆ, ਤੇ ਜਿਹਦੇ ਵਿੱਚੋਂ 525 ਕਰੋੜ ਦੀ ਡਰੱਗ ਇਕੱਲੇ ਗੁਜਰਾਤ ਦੀ ਫੜੀ। ਨੰਬਰ 1 ਉਹ ਆ। ਤਾਂ ਉਸ ਤੋਂ ਬਾਅਦ ਨੰਬਰ 2 ਤੇ ਨੇ ਪੰਜਾਬੀ, ਨੰਬਰ 2 ਤੇ ਨੰਬਰ 2 ਤੇ। ਸੋ ਇਹਨਾਂ ਦਾ ਜਿਹੜਾ ਅੰਕੜਾ ਉਹ 218 ਕਰੋੜ ਦਾ ਹੈ। 218 ਕਰੋੜ ਦੀ ਡਰੱਗ ਫੜੀ ਗਈ ਆ। ਤੇ ਕਮਾਲ ਦੀ ਗੱਲ ਆ ਕਿ ਜਿਹੜੀ ਇਹ ਰਿਕਵਰੀ ਹੋਈ ਆ ਉਹ ਹਰਿਆਣੇ ਤੋਂ 22 ਗੁਣਾ ਜ਼ਿਆਦਾ ਹੈ। ਹਰਿਆਣੇ ਤੋਂ 22 ਗੁਣਾ, ਔਰ ਸਾਥੋਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਹੋਣਾ ਰਾਜਸਥਾਨ, ਤੇ ਰਾਜਸਥਾਨ ਤੋਂ ਵੀ 14 ਗੁਣਾ ਵਧੇਰੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਰਿਆਣਾ, ਹਾਲਾਂਕਿ ਉਹ ਆਂਦੇ ਹੁੰਦੇ ਆ ਨਾ ਕਿ ਗੁਆਂਢੀ ਨੂੰ ਵੇਖ ਕੇ ਰੂਪ ਨਹੀਂ ਆਉਂਦਾ ਪਰ ਅਕਲ ਆ ਜਾਂਦੀ ਆ, ਤਾਂ ਹਰਿਆਣੇ 'ਚ ਵੀ ਸ਼ਾਇਦ ਇਹ ਸਾਡੀ ਕੁਮੱਤ ਜਿਹੜੀ ਸੀਗੀ ਉਹ ਵੀ ਉੱਥੇ ਵੀ ਚਲੇ ਗਈ ਆ। ਆ ਜਦੋਂ ਤੁਸੀਂ ਬਾਰਡਰ ਟੱਪੋਗੇ ਸਰਸਾਰ ਦੇ ਜ਼ਿਲ੍ਹੇ ਆ, ਉੱਥੇ ਜਾ ਕੇ ਵੇਖੋ ਉਹਨਾਂ ਦਾ ਵੀ ਹਾਲ ਜਿਹੜਾ ਪਰਿਵਾਰਾਂ ਦਾ ਸਾਡੇ ਵਰਗਾ ਹੀ ਆ ਤਕਰੀਬਨ। ਖੁਰਲਾਪ ਉੱਥੇ ਵੀ ਇਸੇ ਤਰ੍ਹਾਂ ਦੇ ਵੇਖਣ ਨੂੰ ਮਿਲਦੇ ਆ। ਤਾਂ ਹਰਿਆਣੇ ਦੇ ਵਿੱਚ ਫਿਰ ਵੀ ਜਿਹੜੀ ਰਿਕਵਰੀ ਹੋਈ ਆ ਉਹ 722 ਗੁਣਾ ਘੱਟ ਆ। ਤੇ ਇੱਧਰ ਪੰਜਾਬ ਦੇ ਵਿੱਚ ਜਿਹੜੀ ਰਿਕਵਰੀ ਹੋਈ ਆ ਉਹ ਰਾਜਸਥਾਨ ਤੋਂ 14 ਗੁਣਾ ਵੱਧ ਆ, ਜਿਹੜਾ ਕਿ 7 ਤੋਂ 4 ਗੁਣਾ ਤਕਰੀਬਨ ਵੱਡਾ ਹੋਊਗਾ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਧੜੱਲੇ ਨਾਲ ਇੱਥੇ ਡਰੱਗ ਆਇਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿੱਥੇ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਆ, ਸਮਝ ਲਓ ਉੱਥੇ ਉਸ ਤਰ੍ਹਾਂ ਦੀ ਖਪਤ ਹੁੰਦੀ ਆ। ਖਪਤ ਦੇ ਮੁਤਾਬਕ ਹੀ ਸਪਲਾਈ ਹੁੰਦੀ ਆ। ਹੁਣ ਮੰਨ ਲਓ ਕਿਸੇ ਪਿੰਡ ਦੇ ਵਿੱਚ ਜੇ ਨਸਵਾਰ ਨਹੀਂ ਵਿਕਦੀ ਤੇ ਦੁਕਾਨਦਾਰ ਉੱਥੇ ਨਸਵਾਰ ਡਿਸਪਲੇ ਕਰਨ ਲਈ ਥੋੜੀ ਲਿਆਊਗਾ, ਤਾਂ ਹੀ ਲਿਆਊਗਾ ਜੇ ਨਸਵਾਰ ਉਸ ਪਿੰਡ ਦੇ ਵਿੱਚ ਸੁੰਘਦੇ ਆ ਲੋਕ। ਤਾਂ ਇਹੀ ਹਾਲ ਆ ਕਿ ਨਸ਼ਾ ਇਲੈਕਸ਼ਨਾਂ 'ਚ ਉੱਥੇ ਹੀ ਜਾਂਦਾ ਜਿੱਥੇ ਉਹਦੀ ਖਪਤ ਹੁੰਦੀ ਹੈ। ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ, ਫਿਰ ਉੱਤੇ ਗੱਲ ਮੈਂ ਆਪਣੀ ਖਤਮ ਕਰ ਦਿੰਦਾ। ਹੁਣ ਤੁਸੀਂ ਦੱਖਣ ਦੇ ਰਾਜ ਦੇਖ ਲਓ, ਦੱਖਣ ਦੇ ਵਿੱਚ ਜਿਹੜੀ ਡਰੱਗ ਦੀ ਰਿਕਵਰੀ ਹੋਈ ਆ ਬਿਲਕੁਲ ਥੋੜੀ ਹੋਈ ਆ। ਉੱਥੇ ਵਧੇਰੇ ਕਰਕੇ ਕੈਸ਼ ਫੜਿਆ ਗਿਆ। ਕੈਸ਼ ਦਾ ਮਤਲਬ ਇਹ ਆ ਕਿ ਉੱਥੇ ਵੋਟਰਾਂ ਨੂੰ ਨਕਦੀ ਦੇ ਨਾਲ ਰਜਾਇਆ ਜਾਂਦਾ। ਉਧਰ ਡਰੱਗ ਦਾ ਜੇ ਕਹੀਏ ਕਿ ਖਪਤ ਵਾਲਾ ਕੰਮ ਘੱਟ ਆ, ਪਰ ਨਕਦੀ ਵਾਲਾ ਜਿਹੜਾ ਕੰਮ ਚੱਲਦਾ ਉਹ ਵਧੇਰੇ ਆ। ਤਾਂ ਉੱਥੇ ਨਕਦੀ ਜ਼ਿਆਦਾ ਫੜੀ ਜਾਂਦੀ, ਮਤਲਬ ਕਿ ਜਿਹੋ ਜੀ ਡਿਮਾਂਡ ਉਹੋ ਜੀ ਸਪਲਾਈ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਕਮੇਟੀ ਨੇ ਪਾਇਆ ਪੜਦਾ। ਦੇਖੋ ਇਹ ਜਿਹੜੇ ਸਰੂਪ ਅਗਨ ਭੇਟ ਹੋਏ ਆ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਵੱਖ-ਵੱਖ ਦੱਸੀ ਗਈ ਆ। ਹੁਣ ਕੁਝ ਅਖਬਾਰ ਤੇ ਵੀ ਲਿਖਦੇ ਪਏ ਆ ਕਿ 12 ਦੇ ਕਰੀਬ ਸਰੂਪ ਸੀਗੇ ਜਿਹੜੇ ਕਿ ਅਗਨ ਭੇਟ ਹੋ ਗਏ ਆ। ਇਹ ਘਟਨਾ ਹੈਗੀ ਆ ਮਾਨੋਚਾਲ ਦੀ। ਮਾਨੋਚਾਲ ਬੜਾ ਮਸ਼ਹੂਰ ਪਿੰਡ ਆ ਤਰਨਤਾਰਨ ਜ਼ਿਲ੍ਹੇ ਦਾ, ਮਾਝੇ ਦਾ। ਇੱਥੇ ਕੋਈ ਗੁਰਦੁਆਰਾ ਜੋਗੀ ਪੀਰ, ਉਹਦੇ ਵਿੱਚ ਇਹ ਘਟਨਾ ਵਾਪਰੀ ਹੈ। ਤੇ ਘਟਨਾ ਦੱਸਦੇ ਆ ਕਿ ਹੈ ਵੀ ਦੁਪਹਿਰ ਦੀ, ਔਰ ਰਾਤ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ ਤੇ ਫਿਰ ਤੇ ਕੋਈ ਵੀ ਬੰਦਾ ਕੁਛ ਨਹੀਂ ਕਰ ਸਕਦਾ। ਜੇ ਦਿਨ ਦਿਹਾੜੇ ਦੁਪਹਿਰੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਕਾਈ ਹੋਈ ਆ। ਤੇ ਉਲਟਾ ਹੋਇਆ ਕਿ ਜਿਹੜੀ ਉੱਥੋਂ ਦੀ ਲੋਕਲ ਕੋਈ ਕਮੇਟੀ ਸੀਗੀ, ਉਹਨਾਂ ਨੇ ਇਸ ਚੀਜ਼ ਨੂੰ ਦੱਸਣ ਦੀ ਥਾਂ ਤੇ ਢੱਕਣ ਦਾ ਕੰਮ ਕੀਤਾ। ਮਤਲਬ ਕਿ ਜਿੱਥੇ ਉਹ ਜਲੇ ਦੇ ਨਿਸ਼ਾਨ ਸੀਗੇ, ਤਾਰਫੂਕ ਦੇ ਨਿਸ਼ਾਨ ਸੀਗੇ ਮਾੜੇ ਮੋਟੇ, ਉੱਥੇ ਰੰਗ ਰੋਗਨ ਕਰਵਾਉਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਸਿੱਖ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਪਹੁੰਚੇ ਉੱਥੇ, ਤੇ ਫਿਰ ਸਾਰੀ ਸਥਿਤੀ ਹੌਲੀ ਹੌਲੀ ਸਪਸ਼ਟ ਹੋ ਗਈ ਕਿ ਅਸਲ ਦੇ ਵਿੱਚ ਇਸ ਅਗਨਕਾਰ ਦੇ ਵਿੱਚ 12 ਦੇ ਕਰੀਬ ਸਰੂਪ ਜਿਹੜੇ ਸੀਗੇ ਅਗਨ ਭੇਟ ਹੋ ਗਏ ਆ। ਤਾਂ ਦੂਸਰੀ ਘਟਨਾ ਇਹ ਮੇਰੇ ਖਿਆਲ ਦੇ ਨਾਲ 8-10 ਦਿਨਾਂ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀ ਇੱਕ ਘਟਨਾ ਵਾਪਰਦੀ ਆ,
ਔਰ ਉੱਤੋਂ ਪਰਦਾ ਪਾ ਦਿੱਤਾ ਜਾਂਦਾ। ਉਦਾਹਰਨ ਦੇ ਤੌਰ ਤੇ ਪਿਛਲੇ ਦਿਨੀ ਇੱਕ ਗ੍ਰੰਥੀ ਨੇ ਇਸੇ ਤਰ੍ਹਾਂ ਦਾ ਹੀ ਪ੍ਰਪੰਚ ਰਚਿਆ ਸੀਗਾ। ਉਹਦੀ ਗਲਤੀ ਆਪਣੀ ਸੀਗੀ, ਪਲਾਸਟਿਕ ਦਾ ਪੱਖਾ ਲਾ ਦਿੱਤਾ, ਉਹ ਪੱਖਾ ਜਿਹੜਾ ਸੀਗਾ ਉਹ ਕਿਤੇ ਸ਼ਾਰਟ ਸਰਕਟ ਹੋ ਕੇ ਪਿਘਲ ਗਿਆ, ਅੱਗ ਲੱਗ ਗਈ ਪਾਲਕੀ ਨੂੰ। ਉਹਨੇ ਅਫਵਾਹ ਫੈਲਾਤੀ ਕਿ ਇੱਥੇ ਕੋਈ ਬੇਅਦਬੀ ਕਰ ਗਿਆ। ਜਦੋਂ ਮੈਂ ਤੜਕੇ ਆਇਆ ਤੇ ਸਾਰਾ ਕੁਝ ਹੋਇਆ ਪਿਆ ਤਾਂ ਜਾਨੀ ਉਹਨੇ ਆਪਣੀ ਨੌਕਰੀ ਕਹਿ ਲਓ, ਜੌਬ ਕਹਿ ਲਓ, ਸੇਵਾ ਕਹਿ ਲਓ, ਬਚਾਉਣ ਵਾਸਤੇ ਉਹਨੇ ਇੱਕ ਪ੍ਰਪੰਚ ਰਚ ਦਿੱਤਾ, ਜਦ ਕਿ ਗਲਤੀ ਉਹਦੀ ਆਪਣੀ ਸੀ। ਇਹ ਦੂਸਰਾ ਮੌਕਾ ਹੈ ਕਿ ਗਲਤੀ ਇਹਨਾਂ ਦੀ ਆਪਣੀ ਆ, ਉਸ ਗਲਤੀ ਨੂੰ ਠੀਕ ਕਰਨ ਦੀ ਥਾਂ ਤੇ, ਦਰੁਸਤ ਕਰਨ ਦੀ ਥਾਂ ਤੇ, ਮੰਨਣ ਦੀ ਥਾਂ ਤੇ ਉਲਟਾ ਪਰਦਾ ਪਾਇਆ ਜਾ ਰਿਹਾ। ਹੁਣ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਇੱਥੇ ਦੇਖੋ ਛੋਟੇ ਛੋਟੇ ਗੁਰਦੁਆਰਿਆਂ ਦੇ ਵਿੱਚ ਵੀ, ਗੁਰਦੁਆਰੇ ਛੱਡੋ ਇੱਥੇ ਸਾਡੇ ਇਲਾਕੇ ਦੇ ਵਿੱਚ, ਮੈਨੂੰ ਹੋਰ ਕਿਸੇ ਇਲਾਕੇ ਦਾ ਤਾਂ ਪਤਾ ਨਹੀਂ, ਜਿਹੜੀਆਂ ਜਗ੍ਹਾ ਜੀਆਂ ਬਣੀਆਂ ਹੁੰਦੀਆਂ ਨਾ, ਜਿਹੜੀਆਂ ਸਮਾਧਾਂ ਜੀਆਂ, ਉਹਨਾਂ ਤੇ ਹਰੇ ਰੰਗ ਕਰਾ ਕੇ ਉੱਤੇ ਲੋਕਾਂ ਨੇ ਏਸੀ ਲਾਏ ਆ, ਮਤਲਬ ਕਿ ਇੱਟਾਂ ਨੂੰ ਵੀ ਉੱਥੇ ਗਰਮੀ ਲੱਗਦੀ ਆ ਥੱਲੇ। ਹੁਣ ਜਿਹੜੀ ਉੱਥੇ ਬਣੀ ਹੁੰਦੀ ਹੈ ਜਗ੍ਹਾ, ਉਹ ਇੱਟਾਂ ਦੀ ਬਣੀ ਹੁੰਦੀ ਹੈ, ਪੱਥਰ ਦੀ ਬਣੀ ਹੁੰਦੀ ਹੈ। ਮੈਂ ਕਿਸੇ ਦੀ ਆਸਥਾ ਤੇ ਚੋਟ ਨਹੀਂ ਕਰ ਰਿਹਾ, ਸੱਚਾਈ ਆ ਕਿ ਲੋਕਾਂ ਨੇ ਮਹਿੰਗੇ ਏਸੀ ਆਪਣੇ ਘਰੇ, ਪਤਾ ਨਹੀਂ ਪੱਖੀ ਨਾਲ ਡੰਗ ਸਾਰਦੇ ਹੋਣਗੇ, ਉੱਥੇ ਜਗ੍ਹਾ ਤੇ ਜਾ ਕੇ ਏਸੀ ਫਿੱਟ ਕੀਤੇ ਹੋਏ ਆ ਕਿ ਇੱਟਾਂ ਨੂੰ ਕਿਤੇ ਗਰਮੀ ਨਾ ਲੱਗ ਜੇ। ਏਦਾਂ ਹੀ ਸਾਡੇ ਲੋਕਾਂ ਨੇ ਵੀ ਇੱਥੇ ਗੁਰਦੁਆਰਿਆਂ 'ਚ ਇਹੋ ਕੰਮ ਕੀਤਾ, ਕਿਧਰੇ ਏਸੀ ਲਾ ਦਿੱਤੇ, ਕਿਧਰੇ ਪੱਖੇ ਲਾ ਦਿੱਤੇ, ਕਿਧਰੇ ਕੁਛ ਲਾ ਦਿੱਤੇ। ਉਹ ਜਿਹੜੇ ਉਪਕਰਨ ਲਾਏ ਆ ਠੀਕ ਢੰਗ ਦੇ ਨਾਲ, ਉਹ ਵਾਇਰਿੰਗ ਜਿਹੜੀ ਉਹ ਨਹੀਂ ਹੁੰਦੀ, ਰੱਖ ਰਖਾਵ ਜਿਹੜਾ ਉਹ ਉਸ ਤਰੀਕੇ ਦਾ ਨਹੀਂ ਹੁੰਦਾ ਜਿਸ ਤਰੀਕੇ ਦਾ ਭਾਲਦਾ। ਸੋ ਇੱਥੇ ਦਿੱਕਤ, ਇੱਥੇ ਪਰੇਸ਼ਾਨੀ ਆ, ਇਹਨਾਂ ਨੂੰ ਵੇਖਣਾ ਪਊਗਾ, ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਇਹੋ ਜਿਹਾ ਇਹਨਾਂ ਨੂੰ ਹੀਲਾ ਵਸੀਲਾ ਕਰਨਾ ਪਊਗਾ ਰਹਿਬਰਾਂ ਨੂੰ, ਤਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਰ-ਵਾਰ ਨਾ ਵਾਪਰਨ। ਨਹੀਂ ਤਾਂ ਕਿਤੇ ਕੋਈ ਐਸਾ ਐਕਸੀਡੈਂਟ ਵੀ ਹੋ ਸਕਦਾ ਜਿਹੜਾ ਅੱਗੇ ਜਾ ਕੇ ਨੁਕਸਾਨ ਵਧੇਰੇ ਕਰ ਦੇਵੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਮੇਟੀ ਅਤੇ ਪਾਕਿਸਤਾਨ ਕਮੇਟੀ ਦਰਮਿਆਨ ਤਰੀਕਾਂ ਨੂੰ ਲੈ ਕੇ ਫੇਰ ਵਿਵਾਦ। ਹਾਂ, ਕਮੇਟੀ ਟਕਰਾਈ ਤੇ ਕੰਮ ਮਿਟੀ, ਇਹੀ ਨਤੀਜਾ ਨਿਕਲੂਗਾ ਫਿਰ। ਕਮੇਟੀ ਜੇ ਟਕਰਾਉਂਦੀ ਆ, ਮਾਮਲਾ ਕੀ ਆ ਦੇਖੋ, ਹੁਣ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ, ਉਹ ਮਨਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਜਥਾ ਇੱਧਰੋਂ ਰਵਾਨਾ ਹੁੰਦਾ ਹਰੇਕ ਵਾਰੀ। ਤਾਂ ਇਸ ਵਾਰੀ ਫਿਰ ਉਹੀ ਵਿਵਾਦ ਆ ਜਿਹੜਾ ਕਿ ਅੱਗੇ ਵੀ ਇੱਕ ਦੋ ਵਾਰੀ ਵਿਵਾਦ ਮੇਰੇ ਖਿਆਲ ਦੇ ਨਾਲ ਬੜਾ ਸੁਰਖੀਆਂ 'ਚ ਰਿਹਾ। ਸੁਰਖੀਆਂ 'ਚ ਇਸ ਕਰਕੇ ਰਿਹਾ ਸੀਗਾ ਕਿਉਂਕਿ ਅੱਗੇ ਵੀ ਤਰੀਕਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਮਿਲਾਨ ਨਹੀਂ ਸੀ ਹੋ ਰਿਹਾ। ਹੁਣ ਮਸਲਾ ਕੀ ਆ? ਮਸਲਾ ਆਪਾਂ ਨੂੰ ਵੀ ਪਤਾ ਕਿ ਨਾਨਕ ਸ਼ਾਹੀ ਕੈਲੰਡਰ ਹੈ ਜਿਹੜਾ ਉਹ SGPC ਦਾ ਹੋ ਰਿਹਾ, ਤੇ ਜਿਹੜੀ ਉਧਰ PSCPC ਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਕੈਲੰਡਰ ਹੈ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਆ। ਇੱਧਰ ਮੇਰੇ ਖਿਆਲ ਦੇ ਨਾਲ 6-7 ਵਾਰੀ ਕੈਲੰਡਰ ਹੈ ਜਿਹੜਾ ਉਹ ਸੋਧ ਕੇ ਉਹਨੂੰ ਪੂਰਾ ਹੀ ਸੋਧਾ ਲਾ ਦਿੱਤਾ ਗਿਆ, ਨਾਂ ਦਾ ਹੀ ਨਾਨਕ ਸ਼ਾਹੀ ਕੈਲੰਡਰ ਆ। ਹੁਣ ਇਹਨਾਂ ਦਾ ਜਿਹੜਾ ਨਾਨਕ ਸ਼ਾਹੀ ਕੈਲੰਡਰ ਆ ਉਹਦੇ ਮੁਤਾਬਕ ਇਹਨਾਂ 8 ਜੂਨ ਦਾ ਉਹ ਦਿਹਾੜਾ ਬਣਾਇਆ ਹੋਇਆ। ਹੁਣ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਮੂਲ ਨਾਨਕ ਸ਼ਾਹੀ ਕੈਲੰਡਰ ਲਾਗੂ ਕਰੀ ਬੈਠੇ ਆ, ਉਹਦੇ ਮੁਤਾਬਕ ਪ੍ਰੋਗਰਾਮ ਹੈ 16 ਦਾ। ਹੁਣ ਇਹ ਆਪਣੇ ਹਿਸਾਬ ਕਿਤਾਬ ਦੇ ਨਾਲ ਦੇ ਰਹੇ ਆ, ਜੋ ਵੀ ਅੰਬੈਸੀ ਇਹਨਾਂ ਦੀ ਪਾਕਿਸਤਾਨ ਦੀ ਇੱਧਰ, ਉਹ ਸਾਰਾ ਜੋ ਪਾਸਪੋਰਟ ਵੀਜ਼ੇ ਦਾ ਜੋ ਵੀ ਪ੍ਰਕਰਨ ਆ ਉਹਦੇ ਮੁਤਾਬਕ ਪ੍ਰੋਗਰਾਮ ਦੇ ਰਿਹਾ ਕਿ ਜੀ ਸਾਨੂੰ 14 ਤੱਕ ਇਹ ਸਾਰਾ ਕੁਝ ਦਿੱਤਾ ਜਾਵੇ। ਹੁਣ ਉਹ ਕਹਿੰਦੇ ਕਿ 14 ਤੱਕ ਤੁਹਾਨੂੰ ਕਿਸ ਤਰ੍ਹਾਂ ਦੇ ਦਈਏ, ਕਿਉਂਕਿ ਇੱਥੇ ਤੇ ਜਿਹੜਾ ਸਮਾਗਮ ਹੈ, ਮੁੱਖ ਸਮਾਗਮ 16 ਤਰੀਕ ਨੂੰ ਹੋਣਾ। ਸੋ ਇਹਨਾਂ ਦਾ ਰੌਲਾ ਪੈ ਗਿਆ, ਰੱਟਾ ਪੈ ਗਿਆ। ਕਹਿੰਦੇ ਆ ਕਿ ਜੇ ਅਸੀਂ ਲੈਣਾ ਵੀਜ਼ਾ ਤੇ ਅਸੀਂ ਲੈਣਾ ਆਪਣੇ ਹਿਸਾਬ ਕਿਤਾਬ ਨਾਲ। ਉਹ ਕਹਿੰਦੇ ਜੇ ਅਸੀਂ ਦੇਣਾ ਵੀਜ਼ਾ ਤੇ ਅਸੀਂ ਆਪਦੇ ਹਿਸਾਬ ਕਿਤਾਬ ਨਾਲ ਦੇਵਾਂਗੇ। ਸੋ ਇੱਥੇ ਅੜੰਗਾ ਪਿਆ, ਇੱਥੇ ਰੌਲਾ ਪਿਆ। ਔਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਇਸ ਕੈਲੰਡਰ ਦਾ ਵਿਵਾਦ ਜਿਹੜਾ ਸੁਲਝਣਾ ਸੀਗਾ ਉਹ ਹੋਰ ਵੀ ਉਲਝਦਾ ਪਿਆ, ਔਰ ਇੱਥੋਂ ਤੱਕ ਉਲਝ ਗਿਆ ਕਿ ਜਿਹੜੀ ਕੋਈ ਖੁਸ਼ਕਿਸਮਤ ਸੰਗਤ ਹੁੰਦੀ ਹੈ, ਜਿਹਨੂੰ ਕੋਈ ਵੀਜ਼ਾ ਮਿਲਣਾ ਹੁੰਦਾ, ਕਿਉਂਕਿ ਹਰੇਕ ਨੂੰ ਤਾਂ ਮਿਲਦਾ ਨਹੀਂ ਹੈ, ਤਾਂ ਉਹਨੂੰ ਜਿਹਨੂੰ ਮਿਲਣਾ ਹੁੰਦਾ ਖੁਸ਼ਕਿਸਮਤ ਜੀ ਨੂੰ, ਉਹ ਵੀ ਹੁਣ ਇਸ ਮਾਮਲੇ ਦੀ ਭੇਟ ਚੜ ਗਿਆ ਤੇ ਜਿਹੜਾ ਮਾਮਲਾ ਆ ਕੇ ਕੈਲੰਡਰ ਤੇ ਕੇਂਦਰਿਤ ਹੋ ਜਾਂਦਾ। ਜਿੱਥੇ ਇੱਕ ਕੈਲੰਡਰ ਹੋ ਰਿਹਾ ਉੱਥੇ ਇੱਕ ਕੈਲੰਡਰ ਹੋ ਰਿਹਾ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ, ਕਹਿੰਦੇ ਭਗਵੰਤ ਮਾਨ ਨੇ ਕਸੂਤਾ ਫਸਾਇਆ ਆਪ ਦਾ ਹੀ ਫੈਨ। ਮਾੜਾ ਜਿਹਾ ਰਿਪੀਟ ਕਰੋ, ਆਵਾਜ਼ ਟੁੱਟ ਗਈ ਜੀ। ਭਗਵੰਤ ਮਾਨ ਨੇ ਕਹਿੰਦੇ ਕਸੂਤਾ ਫਸਾਇਆ ਆਪ ਦਾ ਹੀ ਫੈਨ। ਬੱਲਾ ਬੱਲੇ ਬੱਲੇ, ਭਗਵੰਤ ਮਾਨ ਦਾ ਜ਼ਿਕਰ ਨਾ ਹੋਵੇ ਤੇ ਫਿਰ ਮੇਰੇ ਖਿਆਲ ਦੇ ਨਾਲ ਪ੍ਰੋਗਰਾਮ ਦੀ ਜਿਹੜੀ ਰੌਣਕ ਬਣਦੀ ਨਹੀਂ। ਤਾਂ ਭਗਵੰਤ ਮਾਨ ਦਾ ਮਾਮਲਾ ਕੀ ਹੈ ਕਿ ਭਗਵੰਤ ਮਾਨ ਤੁਹਾਨੂੰ ਪਤਾ ਕਿ ਕਾਫੀ ਰੁੱਝਿਆ ਰਿਹਾ ਬਾਅਦ ਦੇ ਵਿੱਚ, ਕਿ ਜਜ਼ਬਾਤੀ ਪੋਸਟ ਵੀ ਪਾਈ ਸੀ ਉਹਨੇ ਆਪਣੀ ਬੇਟੀ ਵਾਸਤੇ। ਤਾਂ ਖੈਰ ਹੁਣ ਖਬਰ ਇਹ ਆ ਰਹੀ ਆ ਕਿ ਭਗਵੰਤ ਮਾਨ ਦੀ ਇੱਕ ਗਲਤੀ ਨਹੀਂ, ਇੱਕ ਫੈਨ ਹੈ ਜਿਹੜਾ ਉਹ ਕਸੂਤਾ ਉਡਾ ਦਿੱਤਾ। ਵੈਸੇ ਗਲਤੀ ਤੇ ਸਭ ਤੋਂ ਵੱਡੀ ਫੈਨ ਦੀ ਆ। ਹੁੰਦਾ ਕੀ ਆ ਕਿ ਸਾਡੇ ਇੱਧਰ ਇੱਕ ਟ੍ਰੈਂਡ ਚੱਲਦਾ, ਇੱਕ ਤੇ ਉਂਗਲ ਜੀ ਬੜੀ ਵਿਖਾਉਂਦੇ ਆ ਸ਼ਾਹੀ ਵਾਲੀ, ਉਹ ਮੋਦੀ ਦੀ ਉਂਗਲ ਜ਼ਿਆਦਾ ਥੋੜਾ ਜਿਹਾ ਪ੍ਰਮੋਟ ਕੀਤੀ ਗਈ ਸੀ ਕਿ 2014 ਚ। ਉਸ ਤੋਂ ਬਾਅਦ ਇੱਕ ਟ੍ਰੈਂਡ ਸੈੱਟ ਹੀ ਹੋ ਗਿਆ
ਵੈਸੇ ਟ੍ਰੈਂਡ ਸੈਟਰ ਨੇ ਪ੍ਰਧਾਨ ਮੰਤਰੀ। ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਚੱਲ ਪਈ ਆ, ਵੈਸੇ ਸਾਡੇ ਪੰਜਾਬੀ ਇਸ ਤਰ੍ਹਾਂ ਦੀਆਂ ਕਾਢਾਂ ਲਈ ਮੰਨਦਰੀ ਆ ਪੂਰੇ। ਉਹ ਹੁਣ ਜਦੋਂ ਜਾਂਦੇ ਆ EVM ਮਸ਼ੀਨ ਤੇ ਵੋਟ ਕਾਸਟ ਕਰਨ ਤੇ ਨਾਲ ਆਪਣਾ ਟੈਲੀਫੋਨ ਲੈ ਜਾਂਦੇ ਆ, ਜਿਹੜਾ ਕਿ ਲਿਜਾਣਾ ਉੱਥੇ ਲੀਗਲੀ ਠੀਕ ਨਹੀਂ ਹੈ। ਉੱਥੇ ਟੈਲੀਫੋਨ ਔਨ ਕਰ ਲੈਂਦੇ ਆ, ਫਿਰ ਉਹਦਾ ਬਟਨ ਨੱਪਦੇ ਆ, ਨਾਲ ਵੀਡੀਓ ਬਣਾ ਲੈਂਦੇ, ਉਧਰੋਂ ਟਿਕਟੌਕ ਤੇ ਗਾਣਾ ਭਰ ਲੈਂਦੇ ਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਨਹੀਂ, ਇਹ ਦੱਬਦਾ ਕਿੱਥੇ ਆ, ਜਿਹੜਾ ਕਿ ਅੱਜ ਕੱਲ ਟ੍ਰੇਡਮਾਰਕ ਹੈ, ਤੁਹਾਨੂੰ ਪਤਾ ਹੀ ਹੈ ਭਗਵੰਤ ਮਾਨ ਦਾ। ਤਾਂ ਇਸ ਤਰ੍ਹਾਂ ਕਰਦੇ ਆ, ਔਰ ਉਸ ਤੋਂ ਬਾਅਦ ਉਹ ਆਪਣੇ ਨੇਤਾ ਨੂੰ ਕਰ ਦਿੰਦੇ ਜਾਂ ਪਾਰਟੀ ਨੂੰ ਕਰ ਦਿੰਦੇ ਕਿ ਆ ਚੱਕੋ ਬੱਲੇ ਬੱਲੇ ਕਰਾ ਆਇਆ। ਤੇ ਏਦਾਂ ਹੀ ਹੋਇਆ, ਇੱਕ ਬੰਦੇ ਨੇ ਇਸ ਤਰ੍ਹਾਂ ਆਪਣੀ ਵੀਡੀਓ ਬਣਾਈ, ਮੇਰੇ ਖਿਆਲ ਦੇ ਨਾਲ ਉੱਗੋ ਕੇ ਲਿਖਿਆ ਗਿਆ ਸੀਗਾ, ਤੇ ਉਹ ਵੋਟ ਜਿਹੜੀ ਆ ਉਹ ਝਾੜੂ ਨੂੰ ਪੈ ਰਹੀ ਆ, ਉਹਨੇ ਫਿਰ ਭਗਵੰਤ ਮਾਨ ਨੂੰ ਕਰ ਦਿੱਤੀ, ਭਗਵੰਤ ਮਾਨ ਨੇ ਉਹ ਵੀਡੀਓ ਪੋਸਟ ਕਰ ਦਿੱਤੀ, ਔਰ ਫਿਰ ਕਮੈਂਟ ਬਾਕਸ ਦੇ ਵਿੱਚ ਉਹ ਸੱਜਣ ਵੀ ਪ੍ਰਗਟ ਹੋ ਗਿਆ, ਕਹਿੰਦਾ ਕਿ ਮੈਂ ਹੀ ਸੀਗਾ ਜੀ ਸੱਜਣ ਜੀ। ਫਿਰ ਉਸ ਤੋਂ ਬਾਅਦ ਇੱਕ ਅਕਾਲੀ ਸਮਰਥਕ ਨੇ ਵੀ ਆ ਕੇ ਆਪਣੀ ਉੱਤੇ ਵੀਡੀਓ ਜਿਹੜੀ ਉਹ ਸ਼ੇਅਰ ਕਰ ਦਿੱਤੀ, ਕਹਿੰਦਾ ਕਿ ਬੱਲੇ ਬੱਲੇ ਝਾੜੂ ਦੀ ਨਹੀਂ, ਬੱਲੇ ਬੱਲੇ ਤੇ ਤੱਕੜੀ ਦੀ ਹੋਈ ਪਈ ਆ, ਵੋਟਾਂ ਦੇ ਸਾਰੀਆਂ ਇਹਦੇ ਚ ਤੁਲੀਆਂ ਪਈਆਂ, ਆ ਚੱਕੋ ਵੀਡੀਓ। ਤਾਂ ਜਦੋਂ ਇਸ ਤਰ੍ਹਾਂ ਵੀਡੀਓ ਹੋਣ ਲੱਗ ਪਏ ਤੇ ਇਹ ਮਾਮਲਾ ਫਿਰ ਇਲੈਕਸ਼ਨ ਕਮਿਸ਼ਨ ਦੇ ਕੋਲ ਚਲ ਗਿਆ। ਉਹਨਾਂ ਨੇ ਹੁਕਮ ਦਿੱਤਾ DC ਨੂੰ ਕਿ ਇਹਨਾਂ ਤੇ ਪਰਚਾ ਕੱਟੋ, ਤੇ ਹੁਣ ਇਹ ਮਾਮਲਾ ਜਿਹੜਾ ਪਰਚੇ ਤੱਕ ਪਹੁੰਚ ਗਿਆ। ਮਾਨ ਦਾ PA ਕਹਿੰਦਾ ਕਿ ਸਾਡਾ ਜਿਹੜਾ ਇਰਾਦਾ ਨਹੀਂ ਸੀਗਾ ਨਿਯਮ ਤੋੜਨ ਦਾ, ਪਰ ਇਹ ਅਚਾਨਕ ਗਲਤੀ ਹੋ ਗਈ ਆ, ਅਚਨਚੇਤੀ ਗਲਤੀ ਹੋਈ ਜਿਹੜੀ, ਉਹਦਾ ਸਾਨੂੰ ਅਫਸੋਸ ਆ। ਤਾਂ ਪਰ ਇਹ ਹੁਣ ਮਾਮਲਾ ਜਿਹੜਾ ਉਹ ਪਰਚੇ ਤੱਕ ਪਹੁੰਚ ਗਿਆ, ਕਿਉਂਕਿ ਨਿਜਤਾ ਹੈ, ਵੋਟ ਦੀ ਨਿਜਤਾ ਜ਼ਰੂਰੀ ਹੈ, ਇੱਥੇ ਨਿਜਤਾ ਜਿਹੜੀ ਉਹ ਭੰਗ ਹੋ ਗਈ ਆ। ਹੁਣ ਭਗਵੰਤ ਮਾਨ ਨੇ ਉਹ ਵੀਡੀਓ ਪੋਸਟ ਕਰਕੇ ਉਹ ਜਿਹੜਾ ਪੱਖਾ ਸੀਗਾ, ਨਹੀਂ ਫੈਨ ਸੀਗਾ, ਉਹ ਕਸੂਤਾ ਟੰਗਤਾ। ਜੀ 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 ਬਿਲਕੁਲ, ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਵੀ ਰਾਜਨੀਤੀ ਲੋਕ ਆ, ਬਾਕੀ ਇਹਨਾਂ ਨੂੰ ਇੱਕ ਸੋਸ਼ਲ ਮੀਡੀਆ ਦਾ ਕੋਰਸ ਜਿਹੜਾ ਦੇਣਾ ਚਾਹੀਦਾ ਆ, ਕੀ ਚੀਜ਼ ਇੱਥੇ ਪਾਉਣੀ ਚਾਹੀਦੀ, ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ, ਕਿਉਂਕਿ ਅੱਗੇ ਬਿਲਕੁਲ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ। ਤੇ ਦੇਖੋ ਇਹਨਾਂ ਨੂੰ ਤੇ ਚਾਹੀਦਾ ਸਗੋਂ ਇਹ ਰੂਲ ਕਾਇਦੇ ਫੋਲੋ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ। ਜੀ 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 ਬਿਲਕੁਲ, ਕਿਉਂਕਿ ਆਪ ਤਾਂ ਅੱਗੇ ਲਾਈਵ ਕਰਕੇ ਪਹਿਲਾਂ ਫਸਿਆ ਤੇ ਕਿੰਨਾ ਚਿਰ ਸਭ ਨੂੰ ਹੀ ਪਤਾ ਹੈ ਵੀ ਕਿੰਨਾ ਰੌਲਾ ਰੱਪਾ ਉਦੋਂ ਪਿਆ ਸੀਗਾ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ। ਤੇ ਤਕਰੀਬਨ 10 ਘੰਟਿਆਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣੇ, ਰੁਝਾਨ ਆਉਣੇ ਸ਼ੁਰੂ ਹੋਣੇ ਆ, ਤੇ ਉਦੋਂ ਫਿਰ ਆਪਾਂ ਗੱਲਬਾਤ ਕਰਾਂਗੇ ਕਿਸ ਪਾਸੇ ਵੱਲ ਨੂੰ ਊਂਠ ਜਿਹੜਾ ਕਰਵਟ ਲੈ ਰਿਹਾ, ਕਿੱਧਰ ਨੂੰ ਬੈਠਣ ਦੀ ਤਿਆਰੀ ਆ। ਸੋ ਸਰੋਤਿਓ ਇੱਦਾਂ ਹੀ ਜੁੜੇ ਰਿਹਾ ਕਰੋ, ਤੇ ਤੁਹਾਡੇ ਲਈ ਫਿਰ ਆਪਾਂ ਉਦੋਂ ਨਤੀਜਿਆਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਤੋਂ ਵੀ ਪੇਸ਼ ਕਰਾਂਗੇ। ਬੜੀ ਮਿਹਰਬਾਨੀ ਮਿੰਟੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾੜੀਆਂ ਕੋਕਾ ਕੜਵਾ